ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਮੇਰ ਕਰੋ ਤ੍ਰਿਣ ਤੇ ਮੋਹਿ ਜਾਏ ਗਰੀਬ ਨਿਵਾਜ ਨ ਦੂਸਰ ਤੋਸੋ। ਭੂਲ ਸਿਮੋ ਹਮਰੀ ਪ੍ਰਭ ਆਪਣ ਭੂਲਣ ਹਾਰ ਕਹਾਂ ਕੋ ਮੋਸੋ। ਭੂਲ ਸਿਮੋ ਹਮਰੀ ਪ੍ਰਭ ਆਪਣ ਭੂਲਣ ਹਾਰ ਕਹਾਂ ਕੋ ਮੋਸੋ। ਬੇਸ਼ੁਮਾਰ ਅਥਾਹ ਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕੋਰੀ ਕੋ ਕਾਹੂ ਮਰਮ ਨ ਜਾਨਾ ਸਭ ਜਗ ਆਨ ਤਨਾਇਓ ਤਾਨਾ। ਰਹਾਉ ਜਬ ਤੁਮ ਸੁਨ ਲੇ ਵੇਦ ਪੁਰਾਨਾ ਤਬ ਹਮ ਇਤਨ ਕੋ ਪਸਰਿਓ ਤਾਨਾ। ਧਰਨ ਆਕਾਸ ਕੀ ਕਰ ਗਹਿ ਬਨਾਈ ਚੰਦ ਸੂਰਜ ਦੁਏ ਸਾਥ ਚਲਾਏ। ਪਾਈ ਜੋਰ ਬਾਤ ਇਕ ਕੀਨੀ ਤੈ ਤਾਤੀ ਮਨ ਮਾਨਾ। ਜੁਲਾਏ ਘਰ ਆਪਣਾ ਚੀਨਿਆ ਘਟ ਹੀ ਰਾਮ ਪਛਾਨਾ। ਪਾਈ ਜੋਰ ਬਾਤ ਇਕ ਕੀਨੀ ਤਹਿ ਤਾਤੀ ਮਨ ਮਾਨਾ। ਜੁਲਾਏ ਘਰ ਆਪਣਾ ਚੀਨਿਆ ਘਟ ਹੀ ਰਾਮ ਪਛਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ, ਜਿਹਦੇ ਤਹਿਤ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 484 ਤੇ ਸੁਭਾਏਮਾਨ ਹੈ। ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਦੇ ਰਹੇ ਹਨ, ਆਪਾਂ ਵੇਖੀਏ ਜਦੋਂ ਕਿਸੇ ਵੀ ਪੱਖ ਤੋਂ ਕੋਈ ਕਮਜ਼ੋਰ ਮਨੁੱਖ ਕਿਸੇ ਵੀ ਕਿਰਤ ਦੇ ਵਿੱਚ, ਕਿਸੇ ਕਲਾ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਕਰਮ ਦੇ ਵਿੱਚ ਆਮ ਮਨੁੱਖਾਂ ਨਾਲੋਂ, ਹੋਰ ਮਨੁੱਖਾਂ ਨਾਲੋਂ ਅੱਗੇ ਲੰਘਦਾ ਹੈ ਤੇ ਲੋਕ ਉਸ ਨੂੰ ਮਖੌਲ ਕਰਨ ਲੱਗ ਜਾਂਦੇ ਨੇ। ਖਾਸ ਕਰਕੇ ਉਹ ਲੋਕ ਜਿਹੜੇ ਪਹਿਲਾਂ ਤੋਂ ਉਸ ਕਲਾ ਨੂੰ ਵਰਤ ਰਹੇ ਸਨ, ਉਹਨਾਂ ਹੀ ਚੀਜ਼ਾਂ ਨੂੰ ਵਰਤ ਰਹੇ ਸਨ, ਪਰ ਜਦੋਂ ਕੋਈ ਉਹਨਾਂ ਤੋਂ ਅੱਗੇ ਲੰਘਦਾ ਹੈ ਉਸੇ ਕਲਾ ਦੇ ਦੁਆਰਾ, ਉਹ ਤਾਂ ਉਸ ਕਲਾ 'ਤੇ ਰੁਕ ਜਾਂਦੇ ਨੇ
ਪਰ ਜਦੋਂ ਕੋਈ ਕਿਸੇ ਪੱਖ ਤੋਂ ਕਮਜ਼ੋਰ ਮਨੁੱਖ ਉਹਨਾਂ ਤੋਂ ਅੱਗੇ ਲੰਘਦਾ ਹੈ ਤੇ ਉਹ ਲੋਕ ਉਹਦਾ ਮੁਖੌਲ ਉਡਾਉਂਦੇ ਨੇ, ਉਹਦਾ ਹਾਸਾ ਉਡਾਉਂਦੇ ਨੇ। ਵੇਖੋ ਬਈ ਇਹ ਕੱਲ੍ਹ ਦਾ ਛੋਕਰਾ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਆਪਣੇ ਆਪ ਨੂੰ ਕੀ ਬਣ ਬਹਿੰਦਾ ਹੈ। ਕਿਉਂਕਿ ਅਸੀਂ, ਸਾਡੇ ਦਾਦੇ ਪੜਦਾਦੇ, ਪੀੜ੍ਹੀ ਦਰ ਪੀੜ੍ਹੀ ਅਸੀਂ ਇਸ ਕਲਾ ਦੇ ਵਿੱਚ ਨਿਪੁੰਨ ਹਾਂ, ਇਸ ਗੱਲ ਵਿੱਚ ਅੱਗੇ ਹਾਂ। ਇਹ ਤਾਂ ਕੁਝ ਵੀ ਨਹੀਂ ਹੈ। ਭਾਵ ਕਿ ਸੱਚਾਈ ਨੂੰ ਕਬੂਲ ਨਹੀਂ ਕਰਦੇ। ਬਿਲਕੁਲ ਇਹੀ ਗੱਲ ਇੱਥੇ ਭਗਤ ਕਬੀਰ ਸਾਹਿਬ ਜੀ ਇੱਕ ਪੰਡਤ ਨੂੰ ਕਹਿ ਰਹੇ ਹਨ ਕਿ ਜਦੋਂ ਇੱਕ ਪੰਡਤ ਜਿਹੜਾ ਪੀੜ੍ਹੀ ਦਰ ਪੀੜ੍ਹੀ ਵੇਦਾਂ ਨੂੰ ਪੜ੍ਹਦਾ ਆ ਰਿਹਾ ਹੈ, ਪੁਰਾਣਾਂ ਨੂੰ ਪੜ੍ਹਦਾ ਆ ਰਿਹਾ ਹੈ, ਸ਼ਾਸਤਰਾਂ ਨੂੰ ਪੜ੍ਹਦਾ ਆ ਰਿਹਾ ਹੈ, ਪਰ ਰੁਕੇ ਹੋਏ ਸਨ। ਇਹ ਵੇਦਾਂ ਨੂੰ ਪੜ੍ਹਨਾ, ਇਹਨਾਂ ਦੇ ਵਿੱਚੋਂ ਜਿਹੜੀ ਸਿਧਾਂਤ ਦੀ ਗੱਲ ਲੈਣੀ ਸੀ ਉਹ ਤਾਂ ਲਈ ਨਹੀਂ, ਪਰ ਆਪਣੇ ਆਪ ਨੂੰ ਰੱਬ ਦਾ ਭਗਤ ਹੋਣ ਦਾ, ਰੱਬ ਦਾ ਸੇਵਕ ਹੋਣ ਦਾ ਦਾਅਵਾ ਕਰੀ ਜਾਣਾ। ਜਦੋਂ ਭਗਤ ਕਬੀਰ ਸਾਹਿਬ ਨੇ ਪਰਮੇਸ਼ਵਰ ਦਾ ਨਾਮ ਜਪਿਆ, ਔਰ ਕਿਉਂਕਿ ਵਰਨ ਵੰਡ ਦੇ ਅਨੁਸਾਰ ਉਹ ਸ਼ੂਦਰ ਵਰਨ ਵਿੱਚ ਆਉਂਦੇ ਹਨ, ਤਾਂ ਜਿਹੜੇ ਉੱਚੀਆਂ ਜਾਤਾਂ ਦੇ ਲੋਕ ਸਨ, ਖਾਸ ਕਰਕੇ ਜਿਹੜਾ ਪੰਡਤ ਹੈ ਜਿਹਦਾ ਵਰਨ ਸਭ ਨਾਲੋਂ ਉੱਚਾ ਹੈ, ਉਹ ਭਗਤ ਕਬੀਰ ਸਾਹਿਬ ਨੂੰ ਤਾਨੇ ਮਾਰਦਾ ਹੈ, ਮਿਹਣੇ ਮਾਰਦਾ ਹੈ। ਵਾ ਸਾਰੇ ਭਗਤਾਂ ਦੇ ਜੀਵਨ ਵਿੱਚ ਆਪਾਂ ਵੇਖਦੇ ਹਾਂ ਇਸ ਤਰ੍ਹਾਂ ਦੇ ਉਹ ਲੋਕ ਅਖੋਤੀ ਜਿਹੜੇ ਨੇ, ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਵੀ ਇਹ ਬਿਲਕੁਲ ਵਰਨ ਵੰਡ ਕਰਕੇ ਵੀ ਨੀਵਾਂ ਔਰ ਆਰਥਿਕ ਤੌਰ 'ਤੇ ਵੀ ਨੀਵਾਂ, ਸਾਰੇ ਪੱਖਾਂ ਤੋਂ ਨੀਵਾਂ, ਅਤੇ ਇਹ ਸਾਡੇ ਤੋਂ ਅੱਗੇ ਕਿਵੇਂ ਲੰਘ ਗਿਆ ਹੈ। ਜਿਹੜੀ ਭਗਤੀ ਦਾ ਢੰਡੋਰਾ ਅਸੀਂ ਪਿੱਟਦੇ ਹਾਂ, ਰੌਲਾ ਪਾਉਂਦੇ ਹਾਂ, ਉਹ ਸਾਡੇ ਕੋਲ ਤਾਂ ਹੈ ਨਹੀਂ, ਪਰ ਉਸ ਭਗਤੀ ਦੇ ਵਿੱਚ ਇਹ ਕਿਵੇਂ ਅੱਗੇ ਜਾ ਚੁੱਕਾ, ਅੱਗੇ ਹੋ ਸਕਦਾ? ਇਹ ਹੋ ਹੀ ਨਹੀਂ ਸਕਦਾ। ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਪਰ ਇਸ ਤਰ੍ਹਾਂ ਦੇ ਲੋਕਾਂ ਦੇ ਮੰਨਣ ਨਾਲ ਕੋਈ ਭਗਤ ਨਹੀਂ ਬਣਦਾ ਅਤੇ ਨਾ ਕੋਈ ਭਗਤੀ ਤੋਂ ਪਿੱਛੇ ਹਟਦਾ ਹੈ, ਨਾ ਇਹਨਾਂ ਦੇ ਕਹਿਣ 'ਤੇ ਕੋਈ ਭਗਤ ਬਣਦਾ ਹੈ। ਐਸੇ ਲੋਕਾਂ ਦੇ ਤੇ ਜੇ ਚਾਹਣ ਵੀ ਉਸ ਨੂੰ ਆਪਾਂ ਭਗਤੀ ਦੇ ਪਦਵੀ ਤੋਂ ਖਾਰਜ ਕਰ ਦਈਏ ਤੇ ਵੀ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਭਗਤ ਦੀ ਪਦਵੀ ਹੈ ਇਹ ਦਰਗਾਹੀ ਪਦਵੀ ਹੈ। ਇਹ ਤਾਂ ਮਹਾਰਾਜ ਕਹਿੰਦੇ ਨਾਮ ਰਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇੱਕ ਪੰਡਤ ਜਿਹਨੂੰ ਭਗਤ ਕਬੀਰ ਸਾਹਿਬ ਜੀ ਦੀ ਵਡਿਆਈ ਸ਼ੋਭਾ ਜਾਰਨੀ ਹੋਈ ਅਤੇ ਉਹ ਭਗਤ ਕਬੀਰ ਸਾਹਿਬ ਨੂੰ ਆ ਕੇ ਇਹੀ ਗੱਲ ਕਹਿੰਦਾ ਵੀ ਅਸੀਂ ਤਾਂ ਪੀੜ੍ਹੀ ਦਰ ਪੰਡਤ ਚੱਲੇ ਆ ਰਹੇ ਹਾਂ, ਤੈਨੂੰ ਕੀ ਆਉਂਦਾ, ਤੂੰ ਐਵੇਂ ਭਗਤ ਹੋਣ ਦਾ ਦਾਅਵਾ ਕਰਦਾ। ਹਾਲਾਂਕਿ ਭਗਤ ਕਬੀਰ ਸਾਹਿਬ ਜਿੰਨੇ ਭਗਤ ਨੇ ਉਹਨਾਂ ਨੇ ਕਦੇ ਭਗਤ ਹੋਣ ਦਾ ਦਾਅਵਾ ਨਹੀਂ ਕੀਤਾ। ਉਹ ਤਾਂ ਕਹਿੰਦੇ ਅਸੀਂ ਉਸ ਪਰਮਾਤਮਾ ਦੇ ਵਾਹਿਗੁਰੂ ਦੇ ਸੇਵਕ ਹਾਂ, ਉਹਦੀ ਭਗਤੀ ਕਰਨ ਵਾਲੇ, ਉਹਦੇ ਇੱਕ ਨਿਮਾਣੇ ਜਿਹੇ ਕੀਟ ਹਾਂ। ਪਰ ਇਹ ਜਿਹੜਾ ਪੰਡਤ ਕਈ ਪੀੜ੍ਹੀਆਂ ਦਾ ਦਾਅਵਾ ਕਰਦਾ ਆ ਰਿਹਾ ਸੀ ਵੀ ਬ੍ਰਹਮ ਦਾ ਸਾਨੂੰ ਹੀ ਪਤਾ ਹੈ, ਹੋਰ ਕਿਸੇ ਨੂੰ ਪਤਾ ਹੈ ਹੀ ਨਹੀਂ, ਉਹ ਭਗਤ ਕਬੀਰ ਸਾਹਿਬ ਨੂੰ ਆ ਕੇ ਕਹਿ ਰਿਹਾ ਹੈ, ਕਹਿਣ ਲੱਗਾ ਇਹ ਜੁਲਾਹੇ, ਇਹ ਜਿਹੜੀ ਤੂੰ ਕਵਿਤਾ ਬਣਾਉਣਾ ਹੈ, ਇਹ ਜਿਹੜੇ ਗੀਤ ਬਣਾਉਣਾ ਹੈ, ਇਹ ਕੋਈ ਬ੍ਰਹਮ ਦੀ ਬਾਣੀ ਨਹੀਂ, ਇਹ ਤਾਂ ਲੋਕਾਂ ਵਾਸਤੇ ਤੂੰ ਗੀਤ ਰਚ ਰਿਹਾ ਹੈ। ਭਗਤ ਕਬੀਰ ਸਾਹਿਬ ਦਾ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਬਚਨ ਵੀ ਆਖਿਆ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਉਸ ਸਮੇਂ ਦੇ ਲੋਕਾਂ ਨੇ ਭਗਤ ਕਬੀਰ ਸਾਹਿਬ ਦੀ ਬਾਣੀ ਨੂੰ ਐਕਸਪੈਕਟ ਨਹੀਂ ਕੀਤਾ, ਧਾਰਨ ਨਹੀਂ ਕੀਤਾ। ਉਹ ਕਹਿੰਦੇ ਤਾਂ ਕਵਿਤਾਵਾਂ ਜੋੜ ਰਿਹਾ ਹੈ, ਲੋਕ ਗੀਤ ਨੇ। ਜਿਹੜੇ ਉਹਨਾਂ ਦੇ ਮੰਨਣ ਵਾਲੇ ਸੀ ਉਹਨਾਂ ਨੂੰ ਪੂਰਨ ਭਰੋਸਾ ਸੀ ਇਹ ਬ੍ਰਹਮ ਦੀ ਬਾਣੀ ਹੈ। ਅਤੇ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਆਖ ਵੀ ਦਿੱਤਾ ਹੈ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜਿਉ ਕਾਂਸੀ ਉਪਦੇਸ਼ ਹੋਏ ਮਾਨਸ ਅੰਮ੍ਰਿਤੀ ਵਾਰ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ
ਅੰਤ ਪਰਮ ਗਤ ਪਾਏ। ਤੋ ਜਿਹੜੇ ਅਖੌਤੀ ਧਾਰਮਿਕ ਲੋਕ ਸਨ, ਪੰਡਤ ਪੁਜਾਰੀ, ਉਹਨਾਂ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਇੱਕ ਆਮ ਜੁਲਾਹੇ ਦੀ ਕੀਰਤ ਕਰਨ ਵਾਲਾ, ਉਹਨੂੰ ਲੋਕ ਭਗਤ ਕਰਕੇ ਪੂਜਣ। ਤੋ ਭਗਤ ਕਬੀਰ ਸਾਹਿਬ ਜੀ ਜੋ ਵਾਰਤਾਲਾਪ ਹੁੰਦੀ ਹੈ ਉਹਦੇ ਦੁਆਰਾ ਸਾਨੂੰ ਉਪਦੇਸ਼ ਕੀ ਕਰ ਰਹੇ ਹਨ, ਆਓ ਪਾਵਨ ਬਚਨਾਂ ਨਾਲ ਸਾਂਝ ਪਾਈਏ। ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਹਨ, ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਐ ਬ੍ਰਾਹਮਣ ਤੂੰ ਮੈਨੂੰ ਜੁਲਾਹਾ ਜੁਲਾਹਾ ਕਹਿ ਕੇ ਕਹਿੰਦਾ ਵੀ ਤੂੰ ਨੀਚ ਹੈ, ਸ਼ੂਦਰ ਹੈ। ਵੇਖ ਪਰਮਾਤਮਾ ਜਿਸ ਦੀ ਤੂੰ ਗੱਲ ਕਰਦਾ ਹੈ, ਭਗਵਾਨ ਦੀ, ਪਰਮੇਸ਼ਵਰ ਦੀ, ਉਹ ਵੀ ਇੱਕ ਜੁਲਾਹਾ ਹੈ। ਉਸ ਵਾਹਿਗੁਰੂ ਜੁਲਾਹੇ ਦਾ ਨਾ ਮੇਰਾ ਭੇਦ ਆਇਆ, ਮੈਂ ਵੀ ਇੱਕ ਜੁਲਾਹਾ, ਅਤੇ ਨਾ ਉਸ ਵਾਹਿਗੁਰੂ ਪਰਮਾਤਮਾ ਦਾ ਤੁਹਾਨੂੰ ਭੇਦ ਹੈ। ਕਿਉਂਕਿ ਸੱਚਾਈ ਸਾਹਮਣੇ ਵੇਖ ਕੇ ਉਹਨੂੰ ਕਬੂਲ ਨਹੀਂ ਕਰ ਰਿਹਾ ਪੰਡਤ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ, ਨਾ ਤਾਂ ਮੇਰੇ ਵਰਗੇ ਤੁੱਛ ਜੁਲਾਹੇ ਦਾ ਤੁਹਾਨੂੰ ਭੇਦ ਹੈ ਵੀ ਮੈਂ ਕੀ ਹਾਂ, ਅਤੇ ਨਾ ਤੁਹਾਨੂੰ ਪਰਮਾਤਮਾ ਬਾਰੇ ਪਤਾ ਹੈ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਕੋਰੀ ਜੁਲਾਹੇ ਨੂੰ ਕਿਹਾ ਗਿਆ ਹੈ। ਕੋਰਾ ਸ਼ਬਦ ਆਪਾਂ ਵਰਤਦੇ ਹਾਂ ਨਾ, ਕੋਰਾ ਪੁਰਾਣੇ ਜਿਹੜੇ ਭਾਂਡੇ ਘਰਾਂ ਵਿੱਚ ਮਿੱਟੀ ਦੇ ਵਰਤਦੇ ਸੀ ਨਾ, ਉਹ ਮਿੱਟੀ ਦੇ ਭਾਂਡੇ ਨੂੰ ਕਹਿੰਦੇ ਕੋਰਾ ਭਾਂਡਾ, ਜਿਹੜਾ ਲੱਗਿਆ ਨਾ ਹੋਵੇ ਉਹਨੂੰ ਕਹਿੰਦੇ ਕੋਰਾ ਭਾਂਡਾ, ਅਨਲੱਗ ਭਾਂਡਾ। ਜੁਲਾਹਿਆਂ ਦੇ ਘਰਾਂ ਵਿੱਚੋਂ ਇਹ ਕੋਰੇ ਭਾਂਡੇ ਮਿਲਦੇ ਸਨ। ਅਨਲੱਗ ਭਾਂਡੇ ਨਵੇਂ ਜਿਹੜੇ ਆਪਾਂ ਘਰਾਂ ਵਿੱਚ ਆ ਵਰਤਦੇ ਹਾਂ, ਉਹ ਲੱਗੇ ਹੋਏ ਭਾਂਡੇ। ਜਦੋਂ ਕੋਈ ਨਵਾਂ ਕਾਰਜ ਕਰਨਾ, ਪਾਠ ਪੂਜਾ ਕਰਨੀ, ਕਹਿੰਦੇ ਕੋਰਾ ਭਾਂਡਾ ਲੈ ਕੇ ਆਓ। ਕੋਰੀ ਭਾਵ ਉਹ ਜੁਲਾਹੀ ਵਾਲੀ ਕੀਰਤ ਜਿਹੜੀ ਹੈ। ਵਾਹਿਗੁਰੂ ਪਰਮਾਤਮਾ ਵੀ ਇੱਕ ਜੁਲਾਹਾ ਹੈ, ਉਹ ਵੀ ਸਾਰੀ ਖੇਡ ਉਹਦੀ ਕਿਰਤ ਜਿਹੜੀ ਜੁਲਾਹੇ ਵਾਲੀ ਹੈ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਮਰਮ ਭੇਦ। ਉਸ ਕੋਰੀ ਵਾਹਿਗੁਰੂ ਜੁਲਾਹੇ ਦਾ ਤੁਸੀਂ ਭੇਦ ਨਹੀਂ ਜਾਣਿਆ। ਵੇਦ ਜ਼ਰੂਰ ਪੜ੍ਹੇ ਹੋ, ਪੁਰਾਣ ਜ਼ਰੂਰ ਪੜ੍ਹੇ ਹੋ, ਸ਼ਾਸਤਰਾਂ ਨੂੰ ਜ਼ਰੂਰ ਪੜ੍ਹੇ ਹੋ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੇ ਜਿਉਂ ਬੇਤਾਲਿਆ। ਇਹ ਪੰਡਤ ਤੇ ਬ੍ਰਾਹਮਣ ਲੋਕ ਜਿਹੜੇ ਨਾਮ ਦੀ ਗੱਲ ਵੇਦਾਂ ਵਿੱਚ ਕੀਤੀ, ਉਹਨੂੰ ਤਾਂ ਪਿੱਛੇ ਛੱਡਤਾ, ਹੋਰ ਕਰਮਾਂ ਵਿੱਚ ਦੁਨੀਆ ਨੂੰ ਲਾਤਾ ਵੀ ਤੁਸੀਂ ਇਹ ਕੰਮ ਕਰੋ, ਤੁਸੀਂ ਇਹ ਕੰਮ ਕਰੋ। ਇੱਕ ਗੱਲ ਯਾਦ ਆ ਗਈ ਹੈ, ਇੱਕ ਆਪਾਂ ਵੇਖੋ ਬੱਚਾ ਬੱਚੀ ਆਪਣਾ ਜਵਾਨ ਹੋਵੇ, ਸਾਨੂੰ ਇਹਨਾਂ ਚੀਜ਼ਾਂ 'ਚੋਂ ਮਹਾਰਾਜ ਨੇ ਕੱਢਿਆ, ਪਰ ਆਪਾਂ ਪਿੱਛੇ ਨਹੀਂ ਹਟਦੇ। ਉਹ ਕਹਿੰਦੇ ਵੀ ਤੁਹਾਡਾ ਬੱਚਾ ਮੰਗਲੀਕ ਹੈ। ਪੰਡਤ ਬ੍ਰਾਹਮਣ ਕਹਿੰਦਾ ਮੰਗਲੀਕ ਹੈ। ਕਿਸੇ ਪੰਡਤ ਤੋਂ, ਬ੍ਰਾਹਮਣ ਤੋਂ ਮੰਗਲੀਕ ਸ਼ਬਦ ਦੇ ਤੁਸੀਂ ਕਦੇ ਅਰਥ ਪੁੱਛੋ ਜੇ ਕੀ ਨੇ। ਮੰਗਲੀਕ ਕਹਿੰਦੇ ਕਿਹਨੂੰ ਨੇ? ਮੰਗਲੀਕ ਕਹਿੰਦੇ ਨੇ ਕਲਹਿਣੇ ਬੰਦੇ ਨੂੰ, ਮਾੜੇ ਬੰਦੇ ਨੂੰ, ਬੜਾ ਜਿਹੜਾ ਮਾੜਾ ਹੋਵੇ ਘਰਦਿਆਂ ਵਾਸਤੇ, ਕਿਸੇ ਵਾਸਤੇ ਵੀ, ਉਹਨੂੰ ਕਹਿੰਦੇ ਮੰਗਲੀਕ ਹੈ। ਅਤੇ ਉਹ ਪੰਡਤ ਬੜਾ ਚਾਤਰ ਸੀ, ਉਹਨੂੰ ਨਾਂ ਦੇਤਾ ਮੰਗਲੀਕ। ਤੁਹਾਡੇ ਮੂੰਹ 'ਤੇ ਤੁਹਾਨੂੰ ਕੋਈ, ਤੇ ਤੁਹਾਡਾ ਪੁੱਤਰ ਬੜਾ ਕਲਹਿਣਾ ਹੈ, ਤੁਹਾਡੀ ਧੀ ਬੜੀ ਕਲਹਿਣੀ ਹੈ, ਅਤੇ ਤੁਸੀਂ ਉਹਦਾ ਸਿਰ ਪਾੜ ਦੋਗੇ। ਪਰ ਉਹਨੇ ਲੁੱਟਣਾ ਸੀ, ਅਤੇ ਉਹਨੇ ਕਹਿ ਤਾ ਤੁਹਾਡੀ ਧੀ, ਤੁਹਾਡਾ ਪੁੱਤਰ ਮੰਗਲੀਕ ਹੈ। ਗੁਰਬਾਣੀ ਵਿੱਚ ਹੋਰ ਵੀ ਸ਼ਬਦ ਨੇ। ਇਹ ਸਾਰੀ ਗੱਲ ਉਹਨੇ ਦੱਸੀ ਕਿਵੇਂ। ਸਾਹਾ ਗਣੈ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਗਣ ਗਣ ਜੋਤ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਚੀਨੀ। ਮਹਾਰਾਜ ਕਹਿੰਦੇ ਬਾਣੀ ਵਿੱਚ ਸਾਹੇ ਸੋਧਦਾ ਹੈ ਪੰਡਤ, ਕਈ ਤਰ੍ਹਾਂ ਦੀਆਂ ਉਂਗਲਾਂ 'ਤੇ ਗਿਣਤੀਆਂ ਕਰਕੇ ਕਹਿ ਦਿੰਦਾ ਇਹ ਮੰਗਲੀਕ ਹੈ, ਫਲਾਣਾ ਟਮਕਾਣਾ ਹੈ। ਮਹਾਰਾਜ ਕਹਿੰਦੇ ਜਿਹੜਾ ਸਭ ਤੋਂ ਉੱਪਰ ਵਾਹਿਗੁਰੂ, ਉਹਨੂੰ ਜਾਣਿਆ ਹੀ ਨਹੀਂ, ਉਹਦੀ ਗੱਲ ਹੀ ਨਹੀਂ ਕਰਦਾ। ਸਾਹੇ ਉੱਪਰ ਏਕ ਓੰਕਾਰ, ਉਹ ਸਾਰਿਆਂ ਤੋਂ ਉੱਪਰ ਕੌਣ ਹੈ? ਸਾਰੇ ਸਾਹੇ ਸੋਧਣ ਵਾਲਾ ਕੌਣ ਹੈ? ਉਹ ਵਾਹਿਗੁਰੂ ਨਿਰੰਕਾਰ। ਉਹਨੇ ਜਿਵੇਂ ਜਿਵੇਂ ਲੇਖ ਲਿਖੇ ਨੇ ਉਵੇਂ ਹੀ ਹੋਣਾ ਹੈ। ਉਹਨੇ ਸਾਰਾ ਕੁਝ ਸੋਧ ਕੇ ਭੇਜਿਆ ਹੈ।
ਉਹਦੇ ਹੁਕਮ ਤੋਂ ਕੁਝ ਵੀ ਬਾਹਰ ਨਹੀਂ, ਪਰ ਇਹਨੇ ਲੁੱਟਣਾ ਸੀ ਅਤੇ ਲੋਕਾਂ ਨੂੰ ਇਸ ਤਰ੍ਹਾਂ ਦਾ ਭੰਬਲ ਭੁੱਸਿਆਂ ਦੇ ਵਿੱਚ ਪਾ ਦੇਣਾ ਕੀਤਾ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇਹ ਪੰਡਤ ਵੇਖ, ਉਸ ਪਰਮਾਤਮਾ ਦੀ ਤੁਸੀਂ ਗੱਲ ਜ਼ਰੂਰ ਕਰਦੇ ਹੋ, ਪਰ ਤੁਸੀਂ ਉਹਦੀ ਗੱਲ ਕਰਕੇ ਹੋਰ ਹੀ ਚੱਕਰਾਂ ਵਿੱਚ ਲੋਕਾਂ ਨੂੰ ਉਲਝਾ ਦਿੰਦੇ ਹੋ। ਉਹਦੇ ਨਾਮ ਦੀ ਗੱਲ ਤਾਂ ਕਰਦੇ ਨਹੀਂ ਵੀ ਨਾਮ ਜਪੋ, ਸਭ ਨਾਲੋਂ ਉੱਪਰ ਪਰਮਾਤਮਾ ਦਾ ਨਾਮ ਹੈ। ਉਸ ਵਾਹਿਗੁਰੂ ਦਾ ਤੁਸੀਂ ਭੇਦ ਨਹੀਂ ਜਾਣਿਆ, ਉਹਦੀਆਂ ਗੱਲਾਂ ਤੁਸੀਂ ਜ਼ਰੂਰ ਕਰਦੇ ਹੋ ਪਰ ਉਹਦਾ ਭੇਦ ਨਹੀਂ ਜਾਣਿਆ, ਭਾਵ ਉਹਦੇ ਨੇੜੇ ਨਹੀਂ ਹੋਏ। ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗ ਆਨ ਤਨਾਇਓ ਤਾਨਾ। ਇਹ ਸਾਰਾ ਜਗ ਉਹਨੇ ਆਪਣਾ, ਜਿਵੇਂ ਜੁਲਾਹਾ ਕੱਪੜਾ ਉਣਦਾ ਤਾਣਾ ਪੇਟਾ ਲਾ ਕੇ, ਇਸੇ ਤਰ੍ਹਾਂ ਵਾਹਿਗੁਰੂ ਨੇ ਇਹ ਸਾਰਾ ਤਾਣਾ ਜਿਹੜਾ ਹੈ ਉਹ ਲਾਇਆ ਹੋਇਆ ਹੈ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਸਭ ਜਗ ਆਨ ਤਨਾਇਓ ਤਾਨਾ, ਸਾਰਾ ਜਗਤ ਉਹਦਾ ਤਾਣਾ ਪੇਟਾ ਹੈ। ਤੇ ਕਹਿਣ ਲੱਗੇ ਰਹਾਓ, ਵਿਸ਼ਰਾਮ ਦੇ ਕੇ ਆਖਿਆ, ਜਬ ਤੁਮ ਸੁਣ ਲੈ ਵੇਦ ਪੁਰਾਨਾ, ਤਬ ਹਮ ਇਤਨਕ ਪਸਰਿਓ ਤਾਨਾ। ਹੁਣ ਇਹ ਇੱਕ ਗੱਲ ਭਗਤ ਕਬੀਰ ਸਾਹਿਬ ਜੀ ਬੜੀ ਕਟਾਕਸ਼ ਕਰ ਰਹੇ ਨੇ। ਕਹਿੰਦੇ ਤੁਹਾਡੇ ਵਿੱਚ ਤੁਸੀਂ ਸਾਨੂੰ ਕਹਿੰਦੇ ਹੋ ਵੀ ਤੂੰ ਤਾਂ ਕੰਮ ਧੰਦਿਆਂ ਵਿੱਚ ਲੱਗਾ ਹੋਇਆ ਹੈ, ਕੱਪੜਾ ਉਣਦਾ ਹੈ, ਤੂੰ ਤੇ ਧੰਦੇ ਕਰਨ ਵਾਲਿਆਂ, ਤੂੰ ਧਰਮ ਨਹੀਂ ਕਮਾ ਸਕਦਾ। ਆਮ ਕਰਕੇ ਲੋਕਾਂ ਦਾ ਇਹ ਖਿਆਲ ਹੈ ਵੀ ਜਿਹੜਾ ਬੰਦਾ ਕੰਮ ਧੰਦੇ ਵਿੱਚ ਮਸ਼ਰੂਫ ਹੈ ਉਹ ਕਿੱਥੋਂ ਧਰਮ ਕਮਾ ਲਏਗਾ। ਇਸ ਕਰਕੇ ਕਈ ਆਪਾਂ ਵੇਖਦੇ ਹਾਂ ਅੰਮ੍ਰਿਤ ਨਹੀਂ ਛਕਦੇ, ਉਹ ਕਹਿੰਦੇ ਸਾਨੂੰ ਇਹ ਔਕੜ ਆਉਂਦੀ ਹੈ, ਇਹ ਔਕੜ ਆਉਂਦੀ ਹੈ, ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ, ਤਾਂ ਨਹੀਂ ਅਸੀਂ ਅੰਮ੍ਰਿਤ ਛਕਦੇ, ਤਾਂ ਨਹੀਂ ਬਾਣੀ ਪੜ੍ਹਦੇ। ਇਹ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮਨ ਵਿੱਚ ਆਉਂਦੀਆਂ ਨੇ ਵੀ ਮੈਂ ਤਾਂ ਪੂਰਾ ਹੋ ਕੇ ਹੀ ਬਾਣੀ ਪੜ੍ਹਾਂਗਾ, ਗੁਰੂ ਵਾਲਾ ਬਣਾਂਗਾ, ਪਰ ਪੂਰਾ ਸਾਨੂੰ ਗੁਰੂ ਨੇ ਬਣਾਉਣਾ ਹੈ, ਅਸੀਂ ਆਪਣੇ ਆਪ ਨਹੀਂ ਬਣ ਸਕਦੇ। ਤਾਂ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਵੇਖੋ, ਤੁਸੀਂ ਜੇ ਤਾਂ ਵੇਦਾਂ ਨੂੰ ਪੜ੍ਹ ਕੇ ਰੱਬ ਦੇ ਨੇੜੇ ਹੋ ਜਾਂਦੇ ਫਿਰ ਤਾਂ ਇਹ ਭਗਤੀ ਸੀ, ਪਰ ਇਹ ਵੇਦਾਂ ਪੁਰਾਣਾਂ ਨੂੰ ਪੜ੍ਹਨਾ ਜਿਵੇਂ ਅਸੀਂ ਧੰਦਾ ਕਰਦੇ ਹਾਂ, ਤੁਹਾਡਾ ਵੀ ਇਹ ਧੰਦਾ ਹੈ। ਇਹ ਧੰਦਾ ਹੈ ਕਿਉਂਕਿ ਤੁਸੀਂ ਸਿਰਫ ਇਹਨੂੰ ਮਾਇਆ ਦੀ ਖਾਤਰ ਪੜ੍ਹਦੇ ਹੋ। ਇਹ ਗੱਲ ਆਪਣੇ 'ਤੇ ਵੀ ਲਾਗੂ ਹੁੰਦੀ, ਜੇ ਆਪਾਂ ਕੇਵਲ ਕਥਾ ਕੀਰਤਨ ਪਾਠ ਕਰ ਰਹੇ ਹਾਂ ਮਾਇਆ ਵਾਸਤੇ ਹੀ, ਫਿਰ ਇਹ ਸਿਰਫ ਧੰਦਾ ਹੈ, ਧਰਮ ਨਹੀਂ ਹੈ। ਹਾਂ, ਇਹਨੂੰ ਕਰਦਿਆਂ ਕਰਦਿਆਂ ਕਿਤੇ ਅੰਦਰੋਂ ਸ਼ਰਧਾ ਭਾਵਨਾ ਬਣ ਜਾਵੇ ਅਤੇ ਆਪਣਾ ਜੀਵਨ ਬੰਦਾ ਬਣਾਉਣ ਲੱਗ ਜਾਵੇ, ਫਿਰ ਉਹ ਧੰਦੇ ਤੋਂ ਧਰਮ ਵਿੱਚ ਪ੍ਰਵਿਰਤ ਹੋ ਜਾਂਦਾ। ਵਰਨਾ ਕੋਈ ਹਲਵਾ ਰਿਹਾ, ਕੋਈ ਪਾਠ ਕਰ ਰਿਹਾ, ਗੱਲ ਬਰਾਬਰ ਹੈ। ਕੋਈ ਕਥਾ ਕਰ ਰਿਹਾ, ਕੋਈ ਦੁਕਾਨ 'ਤੇ ਬੈਠਾ ਹੈ, ਗੱਲ ਬਰਾਬਰ ਹੈ। ਉਹ ਵੀ ਆਪਣਾ ਸੌਦਾ ਵੇਚ ਰਿਹਾ, ਇਹ ਵੀ ਆਪਣੀਆਂ ਸਾਖੀਆਂ ਪੜ੍ਹ ਕੇ ਸੁਣਾ ਕੇ ਆਪਣਾ ਕੰਮ ਚਲਾ ਰਿਹਾ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਬ ਤੁਮ ਸੁਣ ਲੈ ਵੇਦ ਪੁਰਾਣਾ, ਜਦੋਂ ਤੁਸੀਂ ਵੇਦ ਪੁਰਾਣ ਪੜ੍ਹਦੇ ਸੁਣਦੇ ਰਹੇ, ਤਬ ਹਮ ਇਤਨਕ ਪਸਰਿਓ ਤਾਨਾ, ਅਸੀਂ ਇੱਧਰ ਆਪਣਾ ਤਾਣਾ ਪਸਾਰ ਕੇ ਕੱਪੜਾ ਉਣਦੇ ਰਹੇ। ਫਰਕ ਕੀ, ਤੂੰ ਸਾਡੇ ਤੋਂ ਵੱਡਾ ਕਿਵੇਂ ਹੈ? ਕਿਉਂਕਿ ਪੰਡਤ ਇਹ ਕਹਿ ਰਿਹਾ ਵੀ ਅਸੀਂ ਉੱਚੇ ਹਾਂ, ਤੁਸੀਂ ਨੀਵੇਂ ਹੋ, ਤੂੰ ਤਾਂ ਧੰਦਿਆਂ ਵਿੱਚ ਲੱਗਾ ਰਹਿਣਾ, ਕੱਪੜਾ ਉਣਦਾ ਹੈ। ਭਗਤ ਰਵਿਦਾਸ ਜੀ ਨੂੰ ਵੀ ਵੇਖਿਆ ਵੀ ਤੂੰ ਤਾਂ ਜੁੱਤੀਆਂ ਗੰਢਦਾ ਹੈ, ਚਮੜੇ ਦਾ ਕੰਮ ਕਰਦਾ ਹੈ। ਅਤੇ ਉਹ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਜਿਵੇਂ ਅਸੀਂ ਧੰਦਾ ਕਰ ਰਹੇ ਹਾਂ ਇਵੇਂ ਤੁਸੀਂ ਵੀ ਧੰਦਾ ਕਰ ਰਹੇ ਹੋ। ਤੁਸੀਂ ਵੇਦਾਂ ਤੋਂ ਕੀ ਸਾਰ ਤੱਤ ਲਿਆ ਹੈ? ਕਿਹੜਾ ਤੁਸੀਂ ਬ੍ਰਹਮ ਨੂੰ ਪਾ ਲਿਆ? ਤੁਸੀਂ ਵੀ ਕੇਵਲ ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਕਾਰਥ ਜਾਈ। ਜਿੰਨੇ ਵੀ ਵੱਡੇ ਵੱਡੇ ਕਥਾਵਾਚਕ ਨੇ, ਕੀਰਤਨ ਵਾਲੇ ਨੇ ਜਾਂ ਛੋਟੇ ਨੇ, ਜਿਹੜੇ ਤਲ 'ਤੇ ਇੱਕ ਧਰਮ ਦੀ ਪਰਖ ਕਰਨੀ ਹੋਵੇ ਨਾ, ਇੱਕ ਗੱਲ ਦੇਖ ਲਓ ਜੀ, ਆਪਾਂ ਨੂੰ ਸਾਰੇ ਧਰਮ ਦੀ ਗੱਲ ਬੜੀ ਕਰਨਗੇ। ਜਿੰਨਾ ਕੋਈ ਵੱਡਾ ਕਥਾਵਾਚਕ ਹੈ ਉਹਦੇ ਕੋਲ ਓਨਾ ਕਲਾ ਜ਼ਿਆਦਾ ਹੈ, ਵਰਨਾ ਉਹ ਵੱਡਾ ਨਹੀਂ, ਅੰਦਰੋਂ ਰੂਹਾਨੀ ਕਰਕੇ ਨਹੀਂ ਵੱਡਾ ਹੈ। ਪਰਖ ਕਰਨੀ ਹੋਵੇ ਤੁਸੀਂ ਉਹਨੂੰ ਕਹੋ, ਬੇਨਤੀ ਕਰੋ ਵੀ ਭਾਈ ਸਾਹਿਬ ਸਾਡੇ ਕਥਾ ਕਰਨੀ, ਸੰਗਤ ਪ੍ਰੇਮ ਬਹੁਤ ਕਰਦੀ ਹੈ, ਜੋ ਤਿਲ ਫੁੱਲ ਹੋਵੇਗਾ ਅਸੀਂ ਸੇਵਾ ਦੇਵਾਂਗੇ, ਉਹ ਤੁਹਾਨੂੰ ਕਦੇ ਵੀ ਹਾਂ ਨਹੀਂ ਕਰੇਗਾ।
ਅੱਜ ਕੱਲ੍ਹ ਤੁਸੀਂ ਪ੍ਰਬੰਧਕਾਂ ਨੂੰ ਪੁੱਛੋ ਜੇ ਜਿੱਥੇ ਕਿੱਥੇ ਜਾਂਦੇ ਹੋ ਸਾਰੇ ਸੰਸਾਰ ਵਿੱਚ ਵਰਲਡ ਵਿੱਚ ਜਿਹੜੇ ਮਰਜ਼ੀ ਉਹ ਪਹਿਲਾਂ ਹੀ ਕਹਿੰਦੇ ਨੇ ਵੀ ਸਾਡੇ ਅਕਾਊਂਟ ਵਿੱਚ 50,000 ਪਹਿਲਾਂ ਹੀ ਪਾ ਦਿਓ। ਥੋੜ੍ਹੀ ਬਹੁਤੀ ਮਾਇਆ ਨਾਲ ਗੱਲ ਨਹੀਂ ਬਣਦੀ। ਜਿੰਨੀ ਵੀ ਕਿਸੇ ਨੇ ਲੈਣੀ ਹੈ ਉਹ ਪਹਿਲਾਂ ਗੱਲ ਖੋਲ੍ਹ ਲੈਂਦੇ ਨੇ, ਨਹੀਂ ਤੇ ਭਾਵੇਂ ਕਿੰਨਾ ਸੰਗਤ ਸਤਿਕਾਰ ਕਰੇ ਉਹ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ। ਅਸੀਂ ਕੇਵਲ ਸਾਨੂੰ ਤਾਂ ਇੰਨੀ ਮਾਇਆ ਚਾਹੀਦੀ ਹੈ। ਜੇਕਰ ਇਹੀ ਗੱਲ ਹੈ ਫਿਰ ਤੇ ਵਪਾਰ ਹੋ ਗਿਆ। ਜਿਵੇਂ ਇੱਕ ਅਖਾੜਾ ਲਾਉਣ ਵਾਲਾ ਕਹਿੰਦਾ ਹੈ, ਕੱਲ੍ਹ ਪਰਸੋਂ ਇੱਕ ਸਰੀਰ ਮਿਲਿਆ, ਉਹਨਾਂ ਨੇ ਕੋਈ ਫੰਕਸ਼ਨ ਸੀ ਉਹਨਾਂ ਦਾ, ਲੁਧਿਆਣੇ ਇੱਕ ਕਲਾਕਾਰ ਨੂੰ ਸੱਦਿਆ, ਉਹਨੇ ਮੰਗਿਆ 7.5 ਲੱਖ ਮੰਗਿਆ, ਕੁਝ ਹੋਰ ਪਾ ਕੇ ਕਹਿੰਦੇ 9 ਲੱਖ ਰੁਪਇਆ ਲੈ ਗਿਆ। ਇੱਕ ਦਿਨ 3 ਘੰਟਿਆਂ ਦਾ ਉਹ 9 ਲੱਖ ਰੁਪਇਆ ਲੈ ਗਿਆ ਹੈ। ਅਤੇ ਜੇ ਸਾਡੀ ਵੀ ਇਹ ਮਾਨਸਿਕ ਦਸ਼ਾ ਇਹੀ ਰਹੀ, ਦੇਖੋ ਮਾਇਆ ਤਾਂ ਚਾਹੀਦੀ ਹੈ, ਗੱਡੀ ਵਿੱਚ ਪੈਟਰੋਲ ਵੀ ਪਾਉਣਾ, ਸਾਰਾ ਕੰਮ ਹੈ, ਕੱਪੜਾ ਲੀੜਾ ਇਤਿਆਦਿਕ, ਪਰ ਜੇਕਰ ਆਪਾਂ ਇਹਨੂੰ ਕੇਵਲ ਇਸ ਕਰਕੇ ਸੰਗਤ ਦਾ ਪਿਆਰ ਨਹੀਂ, ਬਸ ਕੇਵਲ ਮਾਇਆ ਦੀ ਖਾਤਰ ਹੀ ਵਰਤ ਰਹੇ ਹਾਂ, ਅਤੇ ਫਿਰ ਇਹ ਧੰਦਾ ਹੀ ਹੈ, ਇਹ ਧਰਮ ਨਹੀਂ ਹੈ। ਧਰਮ ਵਾਲਾ ਤਾਂ ਉਹ ਸ਼ਰਧਾ ਵੇਖੇਗਾ, ਭਾਵਨਾ ਵੇਖੇਗਾ। ਬਾਬਾ ਈਸ਼ਰ ਸਿੰਘ ਦਾ ਜ਼ਿਕਰ ਆਉਂਦਾ, ਨਾਨਕਸਰ ਵਾਲੇ ਮਹਾਂਪੁਰਖ, ਉਹਨਾਂ ਕੋਲ ਕਹਿੰਦੇ ਜਦੋਂ ਸੰਗਤ ਦੀਵਾਨ ਲੈਣ ਜਾਂਦੀ ਸੀ ਨਾ, ਵੀ ਮਹਾਂਪੁਰਖੋ ਦੀਵਾਨ ਦਿਓ। ਅੱਜ ਕੱਲ੍ਹ ਤਾਂ ਆਪਾਂ ਠੇਕਾ ਮਾਰ ਲੈਂਦੇ ਹਾਂ ਵੀ ਪ੍ਰਬੰਧਕ ਵੀ ਅਤੇ ਅੱਗੋਂ ਕਰਨ ਵਾਲੇ ਵੀ, ਉਹ ਕਹਿੰਦੇ ਵੀ ਇੰਨੇ ਪੈਸੇ ਸਾਨੂੰ ਦੇ ਦਿਓ ਜੇ ਇੰਨਾ ਤੁਹਾਨੂੰ ਬਚ ਜਾਏਗਾ। ਉਹ ਗਏ ਜਦੋਂ ਕਈ ਆਮ ਜਾਂਦੇ ਸੀ ਜਦੋਂ ਸੰਗਤ, ਅਤੇ ਉਹ ਕਹਿੰਦੇ ਸੀ ਸਾਡੀ ਭੇਟਾ ਬਹੁਤ ਹੈ। ਕਹਿੰਦੇ ਦੱਸੋ ਭੇਟਾ? ਕਹਿੰਦੇ ਵੀ ਕਮ ਸੇ ਕਮ ਇੰਨੇ ਪ੍ਰਾਣੀ ਅੰਮ੍ਰਿਤ ਛਕਣ, ਦੀਵਾਨ ਸਜਣਗੇ, 1 ਪੈਸਾ ਨਹੀਂ ਲੈਣਾ, ਪੈਸਾ ਇੱਕ ਨਹੀਂ ਚਾਹੀਦਾ, ਪਰ ਸਾਡੀ ਭੇਟਾ ਇਹ ਹੈ ਵੀ ਸਾਨੂੰ ਇੰਨੇ ਪ੍ਰਾਣੀ ਚਾਹੀਦੇ ਨੇ ਕਮ ਸੇ ਕਮ, ਜੋ ਤੁਹਾਡੇ ਨਗਰ ਵਿੱਚੋਂ ਇੰਨੇ ਬੰਦੇ ਅੰਮ੍ਰਿਤ ਛਕ ਲੈਣ। ਅਤੇ ਅੱਜ ਕਿੱਥੇ ਆਪਾਂ ਵੇਖਦੇ ਹਾਂ, ਕੋਈ ਕਥਾਵਾਚਕ ਤੁਸੀਂ ਵੇਖੋ ਜਾਂ ਕੋਈ ਦੀਵਾਨ ਲਾਉਂਦਾ ਹੈ ਜਾਂ ਕੋਈ ਰਾਗੀ ਵੱਡੇ ਤੋਂ ਵੱਡਾ, ਉਹਨੇ ਕਦੀ ਆਖਿਆ ਵੀ ਮੈਨੂੰ ਇਹ ਭੇਟਾ ਦਿਓ ਵੀ ਤੁਹਾਡੇ ਇੰਨੇ ਪ੍ਰਾਣੀ ਤਾਂ ਅੰਮ੍ਰਿਤ ਛਕਣ, ਵੀ 21 ਚਲੋ ਘੱਟ ਤੋਂ ਘੱਟ ਕੋਈ ਨਹੀਂ। ਉਹ ਕਹਿੰਦੇ ਸਾਨੂੰ ਭੇਟਾ ਦੇ ਦਿਓ, ਕੋਈ ਆਇਆ ਗਿਆ ਨਹੀਂ ਆਇਆ, ਸੁਣਿਆ ਕਿਸੇ ਨੇ ਨਹੀਂ ਸੁਣਿਆ, ਸਾਡਾ ਕੰਮ ਸੀ, ਅਸੀਂ ਆਪਣਾ ਘੰਟਾ ਲਾਣਾ ਸੀ, ਲਾ ਦਿੱਤਾ ਹੈ। ਅਤੇ ਇੱਥੋਂ ਤੱਕ ਇਹ ਵੀ ਗੱਲ ਨੋਟ ਵਿੱਚ ਆਉਂਦੀ, ਜੇ ਇੱਕ ਸ਼ਬਦ ਵੱਧ ਪੜ੍ਹਾ ਲਿਆ ਤਾਂ 1100 ਹੋਰ ਵੱਧ ਜਾਣਾ ਹੈ, ਜੇ 2 ਸ਼ਬਦ ਹੋਰ ਪੜ੍ਹਾ ਲਏ ਅਤੇ ਨਾਲ ਹੋਰ ਵੱਧ ਜਾਣੀ ਮਾਇਆ। ਉਹ ਕਹਿੰਦੇ ਸਾਡਾ ਇੱਕ ਪਲ ਬੜਾ ਕੀਮਤੀ ਹੈ। ਤੋ ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਕੱਪੜਾ ਉਣਦੇ ਰਹੇ, ਤੁਸੀਂ ਵੇਦਾਂ ਨੂੰ ਰੱਟੇ ਮਾਰ ਕੇ ਲੋਕਾਂ ਨੂੰ ਸੁਣਾ ਲਿਆ। ਗੱਲ ਤੇ ਧੰਦਾ, ਅਸੀਂ ਵੀ ਧੰਦਾ ਕੀਤਾ ਅਤੇ ਤੁਸੀਂ ਵੀ ਧੰਦਾ ਕੀਤਾ, ਤੂੰ ਸਾਡੇ ਨਾਲ ਵੱਡਾ ਕਿਵੇਂ ਹੋ ਗਿਆ? ਜਬ ਤੁਮ ਸੁਣ ਲੈ ਵੇਦ ਪੁਰਾਨਾ, ਤਬ ਹਮ ਇਤਨਕ ਪਸਰਿਓ ਤਾਨਾ। ਕਹਿੰਦੇ ਧਰਨ ਆਕਾਸ਼ ਕੀ ਕਰ ਗਏ ਬਣਾਈ, ਚੰਦ ਸੂਰਜ ਦੋਏ ਸਾਥ ਚਲਾਈ। ਵਾਹਿਗੁਰੂ ਪਰਮਾਤਮਾ ਨੇ ਧਰਨ ਅਤੇ ਆਕਾਸ਼, ਧਰਤੀ ਅਤੇ ਆਕਾਸ਼ ਦੀ ਕਰ ਗਏ ਉਹ ਕੰਘੀ, ਜਿਹਦੇ ਨਾਲ ਉਹ ਤਾਣੇ ਪੇਟੇ ਨੂੰ ਅੱਗੇ ਪਿੱਛੇ ਕਰਦੇ ਹਨ। ਵਾਹਿਗੁਰੂ ਪਰਮਾਤਮਾ ਨੇ ਧਰਤੀ ਅਤੇ ਆਕਾਸ਼ ਦੀ ਕੰਘੀ ਬਣਾਈ, ਸਾਡੇ ਸਾਰੇ ਜੀਵਨ ਦਾ ਇਹ ਜਿਹੜਾ ਤਾਣਾ ਮਨੁੱਖਾਂ ਦਾ, ਪਸ਼ੂ ਪੰਛੀ ਜਿੰਨਾ ਵੀ ਜੀਵਨ ਹੈ ਬ੍ਰਹਿਮੰਡ ਦਾ, ਇਹਨੂੰ ਸਾਰੇ ਅੱਗੇ ਪਿੱਛੇ ਕੌਣ ਕਰ ਰਿਹਾ? ਧਰਤੀ ਅਤੇ ਆਕਾਸ਼ ਦੀ ਹਲਚਲ ਕਰਕੇ ਇਹ ਸਾਡਾ ਸਾਰਾ ਜੀਵਨ ਚੱਲ ਰਿਹਾ ਹੈ। ਚੰਦ ਸੂਰਜ ਦੋਏ ਸਾਥ ਚਲਾਈ, ਜਿਹੜੇ ਚੰਦ ਅਤੇ ਸੂਰਜ ਉਹ ਜਿਵੇਂ ਧਾਗਾ ਅੱਗੇ ਪਿੱਛੇ ਕਰਦੇ ਨੇ ਨਾ ਕੱਪੜੇ ਧੋਣ ਲੱਗਿਆਂ, ਬਿਲਕੁਲ ਇਸੇ ਤਰ੍ਹਾਂ ਚੰਦ ਸੂਰਜ ਵਿੱਚ ਉਹੀ ਕਿਰਤ ਕਰਦੇ ਹਨ। ਪਾਈ ਜੋਰ ਬਾਤ ਇਕ ਕੀਨੀ ਤੇ ਤਾਤੀ ਮਨ ਮਾਨਾ, ਪਾਈ ਜੋਰ ਬਾਤ ਇੱਕ ਕੀਨੀ। ਜਿਵੇਂ ਵਾਹਿਗੁਰੂ ਆਪਾਂ ਵੇਖਦੇ ਹਾਂ ਕਿਸੇ ਬੰਦੇ ਦੇ ਪੈਰਾਂ ਵਿੱਚ ਉਹਨੇ 2 ਜੋੜੇ ਪਾਏ ਨੇ, ਇੱਕ ਉਸ ਪੈਰ ਵਿੱਚ ਇੱਕ ਉਸ ਪੈਰ ਵਿੱਚ, ਇਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਜੀਵਨ ਅਤੇ ਮਰਨ ਇਹ 2 ਜੋੜੇ ਪਾਏ ਹੋਏ ਨੇ, 2 ਤਰ੍ਹਾਂ ਦੀ ਜੁੱਤੀ ਪਾਈ ਹੋਈ ਹੈ। ਇੱਕ ਪਾਸੇ ਜੀਵਨ ਹੈ, ਇੱਕ ਪਾਸੇ ਮਰਨ ਹੈ। ਅਤੇ ਵਾਹਿਗੁਰੂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਰੱਖਣਾ ਕੀਤਾ ਹੈ। ਐਸੇ ਵਾਹਿਗੁਰੂ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ। ਜਿਹਨੇ ਜੀਵਨ ਅਤੇ ਮਰਨ ਨੂੰ ਸਮਝ ਲਿਆ ਨਾ, ਉਹਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਵੇਗਾ। ਜੀਵਨ ਅਤੇ ਮਰਨਾ 2 ਵਾਹਿਗੁਰੂ ਦੇ ਚਰਨਾਂ ਵਿੱਚ ਪਾਏ ਹੋਏ ਜੁੱਤੀ ਹੈ।
ਜਿਹਨੇ ਜੀਵਨ ਤੇ ਮਰਨ ਨੂੰ ਸਮਝ ਲਿਆ, ਭਾਵ ਜਿਹਦਾ ਧਿਆਨ ਉੱਥੇ ਚਲਾ ਗਿਆ, ਉਹ ਫਿਰ ਜੀਵਨ ਕਿੱਥੋਂ ਆ ਰਿਹਾ ਸਾਡਾ? ਰੱਬ ਤੋਂ। ਮਰ ਕੇ ਬੰਦਾ ਜਾ ਕਿੱਥੇ ਰਿਹਾ ਹੈ? ਰੱਬ ਵਿੱਚ ਜਾ ਰਿਹਾ ਹੈ। ਬਾਹਰ ਤਾਂ ਕੁਝ ਹੋ ਨਹੀਂ ਰਿਹਾ, ਉਸ ਤੋਂ ਵਾਹਿਗੁਰੂ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈ। ਸਾਡਾ ਜੀਵਨ ਮਰਨਾ ਸਾਰਾ ਕੁਝ ਵਾਹਿਗੁਰੂ ਦੇ ਵਿੱਚ ਹੀ ਹੋ ਰਿਹਾ ਹੈ। ਤੇ ਜਿਸ ਨੇ ਇਸ ਚੀਜ਼ ਨੂੰ ਸਮਝ ਲਿਆ, ਪਹਿਲਾਂ ਮੈਂ ਆਪਣੇ ਜੀਵਨ ਨੂੰ ਖੋਜਾਂ, ਆਇਆ ਕਿੱਥੋਂ ਹੈ? ਵਾਹਿਗੁਰੂ ਤੋਂ। ਉਹਦੀ ਬੰਦਗੀ ਵਿੱਚ ਜੁੜ ਗਏ। ਤੇ ਜਾਣਾ ਕਿੱਥੇ ਹੈ? ਮਰ ਕੇ ਉਹਦੇ ਵਿੱਚ ਹੀ ਜਾਣਾ ਹੈ। ਤੋ ਉਹਦੇ ਨਾਲ ਅਭੇਦ ਹੋ ਗਏ। ਇਹ ਖੇਡ ਨੂੰ ਸਮਝ ਲਿਆ। ਐਸੇ ਵਾਹਿਗੁਰੂ ਦੇ ਮਨ ਚਰਨਾਂ ਵਿੱਚ ਸਾਡਾ ਮਨ ਜੁੜਿਆ। ਜੁਲਾਹੇ ਘਰ ਆਪਣਾ ਚੀਨਾ ਘਾਟੀ ਰਾਮ ਪਛਾਨਾ। ਭਗਤ ਕਬੀਰ ਸਾਹਿਬ ਕਹਿੰਦੇ ਜੁਲਾਹੇ ਨੂੰ ਜੁਲਾਹੇ ਦਾ ਭੇਦ ਹੁੰਦਾ ਹੈ, ਦੋਧੀ ਨੂੰ ਦੋਧੀ ਦਾ ਭੇਦ ਹੁੰਦਾ ਹੈ, ਹਲਵਾਈ ਨੂੰ ਹਲਵਾਈ ਦਾ ਭੇਦ ਹੁੰਦਾ ਹੈ, ਟੇਲਰ ਨੂੰ ਟੇਲਰਾਂ ਦਾ ਭੇਦ ਹੁੰਦਾ ਵੀ ਕਿਵੇਂ ਪਾਠ ਕਰਨ ਵਾਲੇ ਪਾਠੀਆਂ ਨੂੰ ਭੇਦ ਹੁੰਦਾ, ਇੱਕ ਦੂਜੇ ਦਾ ਭੇਦ ਹੁੰਦਾ ਨਾ ਸਾਰਿਆਂ ਦਾ ਆਪਾਂ ਨੂੰ। ਜਿਹੜਾ ਬੰਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਹੈ, ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਵੀ ਜੁਲਾਹਾ ਅਤੇ ਮੈਂ ਵੀ ਜੁਲਾਹਾ ਹਾਂ। ਜੁਲਾਹੇ ਕਹਿੰਦੇ ਅਸੀਂ ਉਸ ਵਾਹਿਗੁਰੂ ਪਰਮਾਤਮਾ ਦੇ ਜੁਲਾਹੇ ਹਾਂ। ਜੁਲਾਹੇ ਘਰ ਆਪਣਾ ਚੀਨਿਆ ਘਾਟੀ ਰਾਮ ਪਛਾਨਾ। ਮੈਂ ਜੁਲਾਹੇ ਨੇ ਆਪਣਾ ਘਰ ਪਛਾਣ ਲਿਆ, ਆਪਣੇ ਵਾਹਿਗੁਰੂ ਨੂੰ ਪਛਾਣ ਲਿਆ, ਆਪਣੇ ਹਿਰਦੇ ਦੇ ਵਿੱਚ ਉਸ ਰੱਬ ਨੂੰ ਜਾਣਨਾ ਕੀਤਾ ਹੈ। ਕਹਿਤ ਕਬੀਰ ਕਾਰ ਗਏ ਤੋਰੀ, ਸੂਤੈ ਸੂਤ ਮਿਲਾਏ ਕੋਰੀ। ਜਦੋਂ ਜੁਲਾਹੇ ਜਿਵੇਂ ਆਪਣਾ ਕੰਮ ਖਤਮ ਕਰਦੇ ਨੇ, ਉਹ ਕੰਘੀ ਨੂੰ ਕੱਢ ਕੇ ਪਰਾਂ ਰੱਖ ਦਿੰਦੇ ਨੇ, ਆਪਣਾ ਕੰਮ ਸਮੇਟ ਲੈਂਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਜਦੋਂ ਧਰਤੀ ਅਤੇ ਆਕਾਸ਼ ਦੀ ਕੰਘੀ ਨੂੰ ਤੋੜਦਾ ਹੈ, ਸਾਰਾ ਕੁਝ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਸੂਤੈ ਸੂਤ ਮਿਲਾਏ ਕੋਰੀ। ਕੋਰੀ ਨਾਮ ਹੈ ਜੁਲਾਹੇ ਦਾ। ਜੁਲਾਹੇ ਨੇ ਜਿਵੇਂ ਜਦੋਂ ਤਾਣਾ ਪੇਟਾ ਕੰਘੀ ਹਟਾਤੀ, ਸਾਰਾ ਸੂਤ ਕੱਤਿਆ ਹੋਇਆ ਇੱਕ ਉਹਨੇ ਪਿੰਨਾ ਵੱਟ ਲਿਆ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਸਾਡੇ ਜੀਵਨ ਦਾ ਇਹ ਜਿਹੜਾ ਤਾਣਾ ਤਣਿਆ ਹੋਇਆ ਹੈ, ਜਦੋਂ ਉਹ ਚਾਹੁੰਦਾ ਇਹਨੂੰ ਪਿੰਨਾ ਬਣਾ ਲੈਂਦਾ, ਭਾਵ ਇਕੱਠਾ ਕਰ ਲੈਂਦਾ, ਜਦੋਂ ਚਾਹੁੰਦਾ ਖੋਲ੍ਹ ਦਿੰਦਾ ਹੈ। ਇਹ ਉਸ ਵਾਹਿਗੁਰੂ ਸਾਰੀ ਪਰਮਾਤਮਾ ਦੀ ਬਣਾਈ ਹੋਈ ਖੇਡ ਚੱਲ ਰਹੀ ਹੈ। ਅਤੇ ਭਗਤ ਕਬੀਰ ਸਾਹਿਬ ਉਸ ਕਰਮ ਕਾਂਡੀ ਪੰਡਤ ਨੂੰ ਕਹਿੰਦੇ ਨੇ ਕਿ ਪੰਡਤ ਤੂੰ ਸਾਡੇ ਨਾਲੋਂ ਉੱਚਾ ਕਿਹੜੀ ਗੱਲ ਕਰਕੇ ਹੈ? ਜੇ ਤੂੰ ਸੋਚੇ ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਉੱਚਾ ਹੈ ਤਾਂ ਇਹ ਕਦਾਚਿਤ ਵੀ ਨਹੀਂ, ਕਿਉਂਕਿ ਤੂੰ ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਮਾਇਆ ਲੈ ਰਿਹਾ ਹੈ ਅਤੇ ਅਸੀਂ ਸੂਤ ਤਣ ਕੇ ਮਾਇਆ ਲੈ ਰਹੇ ਹਾਂ। ਗੱਲ ਤਾਂ ਬਰਾਬਰ ਹੀ ਹੈ, ਗੱਲ ਤਾਂ ਧੰਦੇ ਤੱਕ ਹੀ ਹੈ। ਹਾਂ, ਜਿਨ੍ਹਾਂ ਨੇ ਆਪਣੇ ਧੰਦੇ ਵਿੱਚੋਂ ਉਸ ਧਰਮ ਨੂੰ ਜਾਣਨਾ ਕੀਤਾ ਹੈ, ਉਹਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ। ਭਾਵੇਂ ਉਹ ਕੋਈ ਕਿਸੇ ਵੀ ਤਰ੍ਹਾਂ ਦੀ ਕਿਰਤ ਕਰ ਰਿਹਾ ਹੈ, ਸਾਰਿਆਂ ਦੀ ਹੈ ਕਿਰਤ ਹੀ, ਪਰ ਜਿਹਨੇ ਆਪਣੀ ਕਿਰਤ ਵਿੱਚੋਂ ਕਰਤੇ ਨੂੰ ਜਾਣ ਲਿਆ, ਉਹ ਵਾਹਿਗੁਰੂ ਵਿੱਚ ਭੇਦ ਹੋਇਆ ਹੈ। ਸਤਿਗੁਰੂ ਮੈਂ ਆਰਾਮਦ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ, ਕਰਮ ਕਾਂਡ ਦੇ ਵਿੱਚੋਂ ਨਿਕਲ ਕੇ ਬਾਣੀ ਦੇ ਨਾਲ ਜੁੜੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਾਧ ਸੰਗਤ। ਕੱਲ੍ਹ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। ਸਹਿਜ ਪਾਠ ਦੇ ਜੋ ਜਾਪ ਚੱਲ ਰਹੇ ਹਨ, ਸਵੇਰੇ 7:30 ਵਜੇ ਸਹਿਜ ਪਾਠ ਦੇ ਭੋਗ ਦੇ ਸ਼ਲੋਕ ਸ਼ੁਰੂ ਹੋਣਗੇ। ਉਪਰੰਤ 8 ਤੋਂ 9 ਵਜੇ ਤੱਕ ਕੀਰਤਨ, 9:30 ਵਜੇ ਤੱਕ ਸਾਰੀ ਸਮਾਪਤੀ, ਚਾਹ ਦਾ ਲੰਗਰ ਹੋਵੇਗਾ। ਕੱਲ੍ਹ ਰਾਤ ਨੂੰ ਵੀ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸਰਬੱਤ ਸੰਗਤ ਨੇ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਦਾ ਜਥਾ ਭਾਈ ਸੁਖਜਿੰਦਰ ਸਿੰਘ। ਠੀਕ ਹੈ। ਬਸ